ਅੰਮ੍ਰਿਤ ਸਾਰੇ ਗੁਰਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੱਚਾ ਪਾਤਸ਼ਾਹੋ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰਿ ਬਿਨ ਰਹਿਣ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੈ ਬਿਨ ਮਰ ਜਾਈ। ਹਰਿ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰਿ ਬਿਨ ਰਹਿਣ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਿ ਨਾਈ। ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨ ਜਾਈ। ਗੁਰਮੁਖ ਜਲ ਪਾਵੈ ਸੁਖ ਸਹਜੇ, ਹਰਿਆ ਭਾਏ ਸੁਭਾਈ। ਮਨ ਮੁਖ ਭੂਖੇ ਦਹਿ ਦਿਸ ਡੋਲੈ, ਬਿਨ ਨਾਵੈ ਦੁਖ ਪਾਈ। ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਕਿਰਪਾ ਕਰਹਿ ਤਾ ਹਰਿ ਗੁਣ ਗਾਵੈ, ਹਰਿ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸਬਦ 부ਝਾਈ। ਕਿਰਪਾ ਕਰਹਿ ਤਾ ਹਰਿ ਗੁਣ ਗਾਵੈ, ਹਰਿ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸਬਦ 부ਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ, ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਪਵਿੱਤਰ ਸਥਾਨ, ਜਿਸ ਦੇ ਦਰਸ਼ਨ ਇਸ਼ਨਾਨਾਂ ਦੀ ਬੇਨਤੀ ਅਰਦਾਸ ਸਿੱਖ ਦੋ ਸਮੇਂ ਬੜੇ ਪ੍ਰੇਮ ਦੇ ਨਾਲ ਕਰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਸਤਤ ਦੇ ਵਿੱਚ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਬੜੀ ਭਾਵਨਾ ਸ਼ਰਧਾ ਦੇ ਨਾਲ ਇਹ ਬੋਲ ਪਵਿੱਤਰ ਲਿਖਦੇ ਨੇ ਕਿ ਜਿਨ੍ਹੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਦੇ ਵੀ ਦਰਸ਼ਨ ਕਰ ਲਏ, ਦਰਵਾਜ਼ੇ ਤੇ ਵੀ ਨਿਗਾਹ ਪੈ ਜਾਵੇ। ਦਰਸ਼ਨੀ ਡਿਓੜੀ ਦਾ ਜੋ ਸੁੰਦਰ ਦਰਵਾਜ਼ਾ ਹੈ, ਉਹਨੂੰ ਜਮਾਂ ਦੀ ਪੂਰੀ ਨਹੀਂ ਦੇਖਣੀ ਪੈਂਦੀ, ਉਹਨੂੰ ਨਰਕਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ ਹੈ। ਇਹ ਉਹਨਾਂ ਦੇ ਭਾਵ ਨੇ, ਇਹ ਉਹਨਾਂ ਦੀ ਸ਼ਰਧਾ ਹੈ। ਇਹੀ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਲ ਭੱਟ ਸਾਹਿਬ ਜੀ ਦੇ ਅੰਕਿਤ ਕੀਤੇ ਨੇ ਕਿ ਜਾ ਕੇ ਦੇਖਤ ਹੀ ਦੁਆਰੇ ਕਾਮ ਕ੍ਰੋਧ ਨਿਵਾਰੇ ਜੀ, ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਮੈਂ ਆਪ ਜੀ ਦੇ ਨਾਮ ਤੋਂ ਹੀ ਬਲਹਾਰ ਜਾਵਾਂ, ਕੁਰਬਾਨ ਜਾਵਾਂ। ਆਪ ਜੀ ਦੇ ਵਿੱਚ ਏਡੀ ਬਰਕਤ ਹੈ, ਬਖਸ਼ਿਸ਼ ਹੈ, ਉਸ ਵਾਹਿਗੁਰੂ ਨੇ ਰੱਖੀ ਹੈ ਕਿ ਧੰਨ ਗੁਰੂ ਰਾਮਦਾਸ ਸਾਹਿਬ ਜਿਨੇ ਆਪ ਜੀ ਦੇ ਦਰਵਾਜ਼ੇ ਨੂੰ ਵੀ ਵੇਖ ਲਿਆ, ਉਹਦੇ ਕਾਮ ਕ੍ਰੋਧ ਕੱਟੇ ਜਾਂਦੇ ਹਨ, ਉਹਦਾ ਮਨ ਬਦਲ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਭਾਵੇਂ ਕਿ ਧਰਮ ਦੇ ਵਿੱਚ ਸਭ ਤੋਂ ਵੱਡੀ ਅੜਚਨ ਹੀ ਵਿਕਾਰ ਮੰਨੇ ਜਾਂਦੇ ਨੇ, ਤੇ ਇਹਨਾਂ ਨੂੰ ਜਿੱਤਣ ਵਾਸਤੇ ਹਰ ਧਰਮੀ ਪੁਰਸ਼ ਯਤਨ ਕਰਦਾ ਹੈ, ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ। ਤੇ ਆਪਾਂ ਬੜੇ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹੰਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਿ ਹੇ ਸੱਚੇ ਪਾਤਸ਼ਾਹ, ਆਪ ਕਿਰਪਾ ਕਰੋ, ਬਖਸ਼ਿਸ਼ ਕਰੋ। ਪਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਦੀ ਏਡੀ ਵੱਡੀ ਮਹਿਮਾ ਹੈ ਕਿ ਜਿਹੜਾ ਸੱਜਣ ਭਾਵਨਾ ਦੇ ਨਾਲ ਉਹਨਾਂ ਦੇ ਦਰਵਾਜ਼ੇ ਤੇ ਵੀ ਦਰਸ਼ਨ ਕਰੇ ਤਾਂ ਉਹਦੇ ਉੱਤੇ ਸੁਤੇ ਸੇਧੀ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਕਿਰਪਾ ਹੁੰਦੀ ਹੈ ਕਿ ਉਹਦੇ ਕਾਮ ਕ੍ਰੋਧ ਦੂਰ ਹੋ ਜਾਂਦੇ ਨੇ, ਵਿਕਾਰ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਐਸੇ ਸਤਿਗੁਰੂ ਗਰੀਬ ਨਵਾਜ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਨਾਮ ਦੀ ਮਹਿਮਾ ਦਾ ਪਵਿੱਤਰ ਉਪਦੇਸ਼ ਦਿੰਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਸਰੋਵਰ, ਇਸ ਜਗ੍ਹਾ ਉੱਤੇ, ਇਸ ਪਵਿੱਤਰ ਧਰਤੀ ਉੱਤੇ ਇਹ ਪਵਿੱਤਰ ਸ਼ਬਦ ਗਰੀਬ ਨਵਾਜ ਨੇ ਉਸ ਵਾਹਿਗੁਰੂ ਜੀ ਦੇ ਪ੍ਰੇਮ ਅੰਦਰ ਉਚਾਰਨ ਕੀਤਾ ਹੈ। ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਿੰਨੇ ਵੀ ਤੇਰੇ ਹੋਰ ਕੰਮ ਨੇ, ਝੰਬੇਲੇ ਨੇ, ਇਹ ਕਿਸੇ ਲੇਖੇ ਨਹੀਂ ਆਉਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਿਰਫ ਇੱਕ ਚੀਜ਼ ਹੀ ਤੇਰੇ ਕੰਮ ਆਉਣੀ ਹੈ
ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਜਨਮ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਪਰ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਕਹਿੰਦਾ ਹੈ ਵੀ ਏਡਾ ਸੋਹਣਾ ਸੰਸਾਰ, ਏਡਾ ਸੋਹਣਾ ਪਰਿਵਾਰ, ਏਡੇ ਸੋਹਣੇ ਮੇਰੇ ਮਿੱਤਰ, ਇੰਨੇ ਸੋਹਣੇ ਦੁਨੀਆ ਦੇ ਪਦਾਰਥ ਛੱਡ ਕੇ ਮੈਂ ਨਾਮ ਕਿਉਂ ਜਪਾਂ। ਤਾਂ ਇਸ ਮਨ ਨੂੰ ਸਮਝਾਉਣਾ ਪਵੇਗਾ ਕਿ ਤੇਰੇ ਗੁਰੂ ਨੇ ਜਿਹੜੇ ਪਵਿੱਤਰ ਬਚਨ ਕੀਤੇ ਨੇ ਉਹ ਕੋਈ ਗਲਤ ਨਹੀਂ ਆ ਕਿ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਸਤਿਗੁਰੂ ਨੇ ਜਿਹੜੇ ਬਚਨ ਕੀਤੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾ, ਇਹ ਕੋਈ ਮਿਥਿਆ ਨਹੀਂ। ਪਰ ਮਨ ਕਹਿੰਦਾ ਹੈ ਏਡਾ ਸੋਹਣਾ ਸੰਸਾਰ, ਏਡਾ ਸੋਹਣਾ ਦੁਨੀਆ ਦਾ ਸੁੱਖ ਛੱਡ ਕੇ ਕਹਿੰਦੇ ਨੇ ਨਾਮ ਜਪ, ਇਹ ਕਹਿੰਦੇ ਨੇ ਬੰਦਗੀ ਕਰ, ਕਮਾਈ ਕਰ। ਤਾਂ ਗੁਰਬਾਣੀ ਇਸ ਮਨ ਨੂੰ ਸਮਝਾਉਂਦੀ ਹੈ ਕਿ ਜਿਹੜੀ ਦੁਨੀਆ ਤੂੰ ਕਹਿੰਦਾ ਨਾ ਬੜੀ ਸੋਹਣੀ ਆ, ਇਹ ਤੇਰੇ ਮਨ ਦੀ ਸੋਚ ਆ ਬਸ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਯਥਾ ਰੇਵ ਦ੍ਰਿਸ਼ਟੀ ਤਥਾ ਰੇਵ ਸ੍ਰਿਸ਼ਟੀ। ਜਿਹੋ ਜੀ ਤੇਰੀ ਵੇਖਣ ਵਾਲੀ ਅੱਖ, ਜਿਹੋ ਜੀ ਤੇਰੀ ਸੋਚ, ਉਦਾਂ ਦੀ ਦੁਨੀਆ ਤੈਨੂੰ ਭਾਸਦੀ ਹੈ। ਜੇ ਤੂੰ ਦੁਖੀ ਹੈ ਤੇ ਸੰਸਾਰ ਤੈਨੂੰ ਦੁੱਖ ਰੂਪ ਭਾਸਦਾ ਹੈ, ਜੇ ਤੂੰ ਸੁਖੀ ਹੈ ਤੇ ਸੰਸਾਰ ਤੈਨੂੰ ਸੁਖ ਰੂਪ ਭਾਸਦਾ ਹੈ। ਜਦੋਂ ਉਮਰ ਛੋਟੀ ਸੀ, ਬੱਚੇ ਸੀ, ਪਾਪ ਉਦੋਂ ਵੀ ਬੜਾ ਸੀ, ਭ੍ਰਿਸ਼ਟਾਚਾਰ ਉਦੋਂ ਵੀ ਬੜਾ ਸੀ, ਚੋਰੀ ਯਾਰੀ ਠੱਗੀ ਉਦੋਂ ਵੀ ਬੜੀ ਸੀ, ਪਰ ਸਾਨੂੰ ਤੇ ਕਦੀ ਵੀ ਮਹਿਸੂਸ ਹੀ ਨਹੀਂ ਹੋਈ। ਕਿਉਂ? ਸਾਡੇ ਮਨ ਅੰਦਰ ਹੀ ਨਹੀਂ ਸੀ, ਸਾਨੂੰ ਇਹ ਖਿਆਲ ਹੀ ਨਹੀਂ ਸੀ। ਤਾਂ ਜਿਹੋ ਜਿਹਾ ਕਿਸੇ ਦਾ ਮਨ ਹੈ, ਉਹੋ ਜਿਹਾ ਹੀ ਸੰਸਾਰ ਹੈ। ਆਮ ਬੰਦੇ ਨੂੰ ਵੇਖਣ ਨੂੰ ਦਰਿਆ ਬੜਾ ਸੋਹਣਾ ਲੱਗਦਾ ਹੈ, ਤੇ ਉਹ ਕਹਿੰਦਾ ਹੈ ਵੀ ਸੁਭਾਨ ਤੇਰੀ ਕੁਦਰਤ। ਵੀ ਇਹ ਕਿੱਡਾ ਸੋਹਣਾ ਸੰਸਾਰ, ਕਿੱਡੀ ਸੋਹਣੀ ਕੁਦਰਤ ਵਾਹਿਗੁਰੂ ਦੀ। ਪਰ ਕਿਤੇ ਉਸ ਮਾਂ ਨੂੰ ਪੁੱਛ, ਜਿਸ ਮਾਂ ਦੀ ਜਵਾਨ ਪੁੱਤ ਬਰਾਤ ਗਈ ਵਿਆਹੁਣ, ਤੇ ਉਸ ਦਰਿਆ ਵਿੱਚ ਸਿਣੇ ਡੋਲੇ ਹੀ ਉਹਦਾ ਪਰਿਵਾਰ ਡੁੱਬ ਗਿਆ। ਉਹਨੂੰ ਪੁੱਛ ਇਹ ਦਰਿਆ ਕਿੰਨਾ ਕੁ ਸੋਹਣਾ ਵਾ। ਉਹ ਕਵੇਗੀ ਇਹ ਇੱਕ ਸੱਪ ਹੈ, ਤੇ ਤੂੰ ਕਹਿੰਦਾ ਇਹ ਦਰਿਆ ਦੇ ਵਾਲ ਕਿੱਡੇ ਸੋਹਣੇ ਆ, ਇਹ ਪਹਾੜਾਂ 'ਚ ਉਤਰਦਾ ਹੈ, ਇਸ ਤਰ੍ਹਾਂ ਇਹਦੀ ਚਾਲ ਹੈ, ਇਸ ਤਰ੍ਹਾਂ ਇਹ ਤੁਰਦਾ ਜਿਵੇਂ ਕਵੀ ਕਰਦੇ ਹੁੰਦੇ ਨੇ। ਪਰ ਕਿਸੇ ਮਾਂ ਨੂੰ ਪੁੱਛੋ, ਕਹਿੰਦੀ ਹੈ ਵੀ ਇਹ ਸੱਪ ਆ ਤੇ ਇਹ ਸੱਪ ਦੇ ਵਾਲ ਨੇ, ਇਹ ਜਿੰਨਾ ਹੀ ਟੇਢਾ ਚੱਲਦਾ ਹੈ। ਇਸੇ ਤਰ੍ਹਾਂ ਕਿਸੇ ਬੰਦੇ ਨੂੰ ਪਹਾੜ ਬੜੇ ਸੋਹਣੇ ਲੱਗਦੇ, ਬਾਗ ਬਗੀਚੇ ਬੜੇ ਸੋਹਣੇ ਲੱਗਦੇ, ਪਰ ਤੁਸੀਂ ਦੇਖੋ ਕਈ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ, ਕੋਈ ਕਿਸੇ ਯਾਤਰਾ ਤੇ ਜਾਂਦਾ, ਕੋਈ ਹਾਦਸਾ ਹੋ ਜੇ, ਜਿਹੜੇ ਪਹਾੜ ਤੂੰ ਕਹਿੰਦਾ ਨਾ ਬੜੇ ਸੋਹਣੇ ਲੱਗਦੇ ਆ, ਉਹਦੇ ਪਰਿਵਾਰ ਨੂੰ ਪੁੱਛੋ, ਕਹਿੰਦੇ ਖਾਣ ਨੂੰ ਆਉਂਦੇ ਨਿਰੀ ਮੌਤ ਹੈ।
ਤਾਂ ਸੰਸਾਰ ਨਾ ਚੰਗਾ ਹੀ ਆ ਨਾ ਮਾੜਾ ਹੀ ਆ। ਇਹ ਤਾਂ ਤੇਰਾ ਮਨ ਹੈ, ਜਿਹੋ ਜੀ ਤੇਰੀ ਸੋਚ ਹੈ ਉਹੋ ਜਿਹਾ ਤੈਨੂੰ ਸੰਸਾਰ ਜਿਹੜਾ ਹੈ ਉਹ ਭਾਸਦਾ ਹੈ। ਤਾਂ ਇਸ ਤਰ੍ਹਾਂ ਜੇ ਕਿਤੇ ਆਪਣੇ ਮਨ ਨੂੰ ਸਮਝਾਈਏ ਕਿ ਤੇਰੇ ਗੁਰੂ ਨੇ ਕੁਝ ਗਲਤ ਨਹੀਂ ਆਖਿਆ, ਵੀ ਜੇ ਉਹਨਾਂ ਨੇ ਕਿਹਾ ਹੈ ਵੀ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਭਰਮ ਦੁਖ ਭਰਮ ਪਉ ਜਾਏ। ਜੇ ਉਹਨਾਂ ਨੇ ਕਿਹਾ ਹੈ ਵੀ ਸਾਥ ਨਾ ਚਾਲੇ ਬਿਨ ਭਜਨ, ਤਾਂ ਭਜਨ ਤੋਂ ਬਿਨਾ ਸਿਮਰਨ ਤੋਂ ਬਿਨਾ ਤੇਰੇ ਕੋਈ ਚੀਜ਼ ਕੰਮ ਨਹੀਂ ਆਉਣੀ। ਇਹਨੂੰ ਤੂੰ ਸੱਚ ਕਰਕੇ ਮੰਨ, ਇਹਦੇ ਤੇ ਯਕੀਨ ਲਿਆ, ਵਿਸ਼ਵਾਸ ਲਿਆ, ਤਾਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਉਪਦੇਸ਼ ਦਿੰਦੇ ਹਨ। ਆਓ ਇੱਕ ਵਾਰੀ ਰਸਨਾ ਕਰੀਏ ਪਵਿੱਤਰ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਭਾਈ ਸਾਹਿਬ ਜੀ ਪਾਠ ਕਰਨਗੇ, ਆਪ ਸੰਗਤ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰਿ ਬਿਨ ਰਹਿਣ ਨਾ ਜਾਈ। ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਅੰਦਰੋਂ ਬੇਦਿਆ ਮਿਲ ਗਿਆ ਜਾਂ ਵਿੰਨਿਆ ਗਿਆ। ਬੇਦਿਆ ਦਾ ਅਰਥ ਹੁੰਦਾ ਮਿਲ ਜਾਣਾ, ਇੱਕ ਰੂਪ ਹੋ ਜਾਣਾ। ਵਾਹਿਗੁਰੂ ਜੀ ਦੇ ਨਾਲ ਪ੍ਰੇਮ ਹੈ, ਮਨ ਜਿਹੜਾ ਹੈ ਉਹ ਅੰਦਰੋਂ ਮਿਲ ਗਿਆ, ਵਿੰਨਿਆ ਗਿਆ। ਤਾਂ ਐਸੇ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹਨਾਂ ਦਾ ਫਿਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿਣ ਨਹੀਂ ਹੁੰਦਾ। ਵਾਹਿਗੁਰੂ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਆਪਾਂ ਪੜ੍ਹਦੇ ਹਾਂ ਬੜੇ ਪ੍ਰੇਮ ਦੇ ਨਾਲ, ਆਖਾਂ ਜੀਵਾ ਬਿਸਰੈ ਮਰ ਜਾਉ। ਆਪਾਂ ਪੜ੍ਹਦੇ ਹਾਂ ਬੜੇ ਪ੍ਰੇਮ ਦੇ ਨਾਲ ਕਿ ਮਰਣੰ ਬਿਸਰਣੰ ਗੋਬਿੰਦੈ ਜੀਵਨੰ ਹਰ ਨਾਮ ਧਿਆਵਣੈ ਹੈ। ਜਿਉਂਦੇ ਉਹ ਨੇ ਜਿਨ੍ਹਾਂ ਦੀ ਜ਼ੁਬਾਨ ਤੋਂ ਨਿਕਲਦਾ ਵਾਹਿਗੁਰੂ, ਤੇ ਜਿਹਦੀ ਜ਼ੁਬਾਨ ਤੋਂ ਵਾਹਿਗੁਰੂ ਦਾ ਨਾਮ ਨਹੀਂ ਨਿਕਲਿਆ ਉਹ ਜਿਉਂਦਾ ਹੀ ਮਰਿਆ। ਉਹ ਲਾਸ਼ ਦੇ ਤੁੱਲ ਹੈ, ਬਰਾਬਰ ਹੈ, ਭਾਵੇਂ ਉਹਦੇ ਵਿੱਚ ਜਿੰਨੇ ਮਰਜ਼ੀ ਸ਼ੁਭ ਗੁਣ ਹੋਣ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਨਾਲ ਮਿਲ ਗਿਆ ਅੰਦਰੋਂ, ਇਹ ਉਹਨਾਂ ਦੀ ਗੱਲ ਹੈ। ਇੱਥੇ ਬੜੀ ਇਹ ਨੁਕਤੇ ਵਾਲੀ ਗੱਲ ਆ ਨਾ, ਮਹਾਰਾਜ ਨੇ ਇੱਕ ਸ਼ਬਦ ਪਾਇਆ ਵੀ ਅੰਦਰੋਂ, ਬਾਹਰੋਂ ਨਹੀਂ, ਵਿਖਾਵਾ ਨਹੀਂ, ਜਿਹੜੇ ਅੰਦਰੋਂ ਮਿਲ ਚੁੱਕੇ ਨੇ। ਜਿਨ ਪਟ ਅੰਦਰ, ਇੱਥੇ ਵੀ ਮਹਾਰਾਜ ਨੇ ਆਖਿਆ ਜਿਨ ਪਟ ਅੰਦਰ, ਬਾਹਰ ਦਾ ਕੋਈ ਨਹੀਂ। ਬਾਹਰ ਗੁੱਦੜ ਤੇ ਭਲੇ ਸੰਸਾਰ। ਰਾਗੀ ਸਿੰਘ ਜੀ ਕੀਰਤਨ ਕਰਦੇ ਪਏ ਸੀ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ RAM ਰਾਜੇ। ਜਿਹਦੀ ਅੰਦਰੋਂ ਪ੍ਰੀਤੀ ਆ ਉਹਦੀ ਉਹ ਬਾਂਹ ਫੜਦਾ ਹੈ, ਉਹਦੀ ਰੱਖਿਆ ਕਰਦਾ ਹੈ। ਤੇ ਵਿਖਾਵਾ ਕਰਨ ਨੂੰ ਤੇ ਚਲੋ ਬੜਾ ਸੌਖਾ ਹੈ, ਕਰ ਹੀ ਲੈਂਦੇ ਸਾਰੇ। ਤਾਂ ਇੱਥੇ ਨੁਕਤੇ ਵਾਲੀ ਗੱਲ ਇੱਕ ਆ ਕਿ ਅੰਦਰ, ਜਿਨ੍ਹਾਂ ਦੇ ਅੰਦਰ ਪ੍ਰੀਤੀ ਲੱਗ ਗਈ, ਮਨ ਮਿਲ ਗਿਆ, ਉਹ ਨਹੀਂ ਫਿਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਰਹਿੰਦੇ। ਸ਼੍ਰੀਮਾਨ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ, ਇੱਕ ਸੇਵਕ ਨਾਲ ਸਿਆਲਾਂ ਦੇ ਦਿਨ ਤੇ ਕੋਲੇ ਠੰਡੇ ਹੁੰਦੇ ਪਏ ਸੀ। ਉਹ ਫੂਕਾਂ ਮਾਰੇ ਤੇ ਕੋਲਿਆਂ ਨੂੰ ਮਗਾਵੇ
ਵੀ ਕੋਲੇ ਠੰਡੇ ਨਾ ਹੋਣ। ਤੇ ਬਾਬਾ ਸਾਹਿਬ ਸਿੰਘ ਜੀ ਜਿਹੜੇ ਬੇਦੀ ਸਾਹਿਬਜ਼ਾਦੇ ਸਨ, ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ, ਜਿਨ੍ਹਾਂ ਦਾ ਜਨਮ 10ਵੇਂ ਪਾਤਸ਼ਾਹ ਦੇ ਵਰ ਦੇ ਨਾਲ ਹੋਇਆ। ਅੱਜ ਇੱਕ ਸਿੱਖ ਸਰਦਾਰ ਦਾ ਵੀ ਜਨਮ ਦਿਹਾੜਾ ਹੈ, ਜਿਸ ਸਰਦਾਰ ਨੂੰ ਸਿੱਖਾਂ ਦਾ ਬਾਦਸ਼ਾਹ ਹੋਣ ਦਾ ਮਾਣ ਪ੍ਰਾਪਤ ਹੈ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ। ਸੇਵਾ ਕਰਕੇ ਸਭ ਕੁਝ ਪ੍ਰਾਪਤ ਹੋਇਆ। ਥੋੜਾ ਜਿਹਾ ਜ਼ਿਕਰ ਇਹਨਾਂ ਦਾ ਵੀ ਕਰੀਏ। ਧੰਨ ਗੁਰੂ ਕੇ ਸਿੱਖ। ਹਰੀ ਰਾਮ ਗੁਪਤਾ ਲਿਖਦਾ ਹੈ, ਏਡਾ ਜਵਾਨ ਕਿ ਗੋਡਿਆਂ ਤੱਕ ਬਾਹਾਂ ਲੰਮੀਆਂ। ਤੇ ਪੁਰਾਣਾਂ ਦੇ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ, ਜਿਹਦੀਆਂ ਗੋਡਿਆਂ ਤੱਕ ਬਾਹਾਂ ਲੰਮੀਆਂ ਹੋਣ ਉਹ ਅਵਤਾਰੀ ਪੁਰਖ ਮੰਨੇ ਜਾਂਦੇ। ਤੇ ਇੱਕ ਨੇ ਮੈਨੂੰ ਥੱਲੇ ਉਤਰਦੇ ਨੂੰ ਘੇਰ ਲਿਆ। ਫਿਰ ਕਹਿੰਦਾ, ਲੰਮੀਆਂ ਤੇ ਬਾਸਕਟਬਾਲ ਖੇਡਣ ਵਾਲਿਆਂ ਦੀਆਂ ਵੀ ਬੜੀਆਂ ਹੁੰਦੀਆਂ। ਤਰਕ, ਜਿਹੜਾ ਤਰਕ ਆ ਨਾ, ਤਰਕ, ਇਹਦੀ ਡੈਫੀਨੇਸ਼ਨ ਪੜ੍ਹੀ ਕਿਤੇ, ਡਿਫਾਈਨ ਜਿਨ੍ਹਾਂ ਨੇ ਕੀਤਾ ਇਹਨੂੰ। ਤਰਕ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਪਰਮਿਤੀ ਵਿਸ਼ਈ ਕ੍ਰਾਂਤੀ ਇਤੀ ਤਰਕਾ। ਜਿਹੜਾ ਪਰਮਿਤੀ ਦਾ ਵਿਸ਼ੇ ਹੋਵੇ ਉਹਨੂੰ ਤਰਕ ਮੰਨੋ। ਪਰਮਿਤੀ ਕਹਿੰਦੇ ਯਥਾਰਥ ਗਿਆਨ ਨੂੰ। ਮੈਨੂੰ ਸਹੀ ਜਾਣਕਾਰੀ ਪ੍ਰਾਪਤ ਹੋਵੇ, ਇਸ ਗੱਲ ਵਾਸਤੇ ਤਰਕ ਕੀਤਾ ਜਾਂਦਾ। ਸਹੀ ਜਾਣਕਾਰੀ ਨੂੰ ਕੱਟਣ ਵਾਸਤੇ ਜਿਹੜੀ ਗੱਲ ਕੀਤੀ ਜਾਵੇ ਉਹ ਤਰਕ ਨਹੀਂ ਹੁੰਦਾ, ਉਹ ਕੁਤਰਕ ਹੁੰਦਾ ਵਾ। ਮੈਨੂੰ ਸਹੀ ਜਾਣਕਾਰੀ ਪ੍ਰਾਪਤ ਹੋਵੇ, ਇਹ ਹੈ ਤਰਕ। ਤੇ ਜਿਹੜੀ ਪਹਿਲਾਂ ਹੀ ਸਹੀ ਆ, ਮਹਾਰਾਜ ਕਹਿੰਦੇ ਨੇ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ। ਜਿਹੜੀ ਪਹਿਲਾਂ ਹੀ ਸਹੀ ਆ, ਨਿਚੋੜ ਆ, ਉਸ ਬਾਣੀ ਤੇ ਹੀ ਮੈਂ ਪ੍ਰਸ਼ਨ ਕਰਾਂ ਤੇ ਇਹ ਤਰਕਤ ਨਹੀਂ ਆ, ਇਹ ਮੇਰੀ ਮੂਰਖਤਾ ਵਾ। ਇਹ ਕੁਤਰਕ ਹੋ ਸਕਦਾ ਹੈ। ਤੁਸੀਂ ਕਿਸੇ ਵਿਦਵਾਨ ਨੂੰ ਪੁੱਛ ਲਓ ਵੀ ਤੂੰ ਮੈਨੂੰ ਤਰਕ ਦੀ ਪਰਿਭਾਸ਼ਾ ਦੱਸ ਕੀ ਹੈ। ਵੀ ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਐ, ਗੁਰਬਾਣੀ ਤੇ ਕਿੰਤੂ, ਮਹਾਰਾਜ ਤੇ ਕਿੰਤੂ ਬੜੇ ਕਰਦਾ, ਪਰ ਤੂੰ ਪਹਿਲਾਂ ਇਹ ਤੇ ਦੱਸ ਵੀ ਤਰਕ ਕਹਿੰਦੇ ਕਿਹਨੂੰ। ਤਾਂ ਵਿਦਵਾਨ ਕਹਿੰਦੇ ਨੇ, ਪਰਮਿਤੀ ਵਿਸ਼ਈ ਕ੍ਰਾਂਤੀ ਤੀ ਤਰਕਾ। ਯਥਾਰਥ ਗਿਆਨ ਪ੍ਰਾਪਤ ਹੋਵੇ ਉਸ ਗੱਲ ਵਾਸਤੇ ਉਹਨੂੰ ਤਰਕ ਕਿਹਾ ਜਾਂਦਾ ਹੈ। ਸਹੀ ਜਾਣਕਾਰੀ ਕੱਟਣ ਨੂੰ ਤਰਕ ਨਹੀਂ ਕਹਿੰਦੇ। ਤੇ ਮੈਂ ਆਖਿਆ, ਮੇਰੇ ਭਰਾਵਾ, ਇੱਥੇ ਇੱਕ ਗੱਲ ਆਉਂਦੀ ਵੀ ਜਿਹਦੀਆਂ ਸੁਤੇ ਸਿੱਧ ਗੋਡਿਆਂ ਤੱਕ ਲੰਬੀਆਂ ਹੋਣ। ਵਾਲੀਬਾਲ ਖੇਡਣ ਕਰਕੇ ਤੇ ਬਾਸਕਟਬਾਲ ਖੇਡਣ ਕਰਕੇ ਨਹੀਂ ਲੰਬੀਆਂ ਹੁੰਦੀਆਂ, ਜਿਹਦੀਆਂ ਸੁਤੇ ਸਿੱਧ ਕੁਦਰਤੀ ਲੰਬੀਆਂ ਹੋਣ। ਤਾਂ ਹਰੀ ਰਾਮ ਗੁਪਤਾ ਕਹਿੰਦਾ ਹੈ ਵੀ ਚੌੜੀ ਛਾਤੀ, ਮੋਟੇ ਨੇਤਰ, ਕਣਕ ਭਿੰਨਾ ਰੰਗ ਤੇ ਖੁਰਾਕ ਏਡੀ ਜੱਸਾ ਸਿੰਘ ਦੀ ਤਗੜੀ। ਕਿਲੋ ਆਟਾ ਸਵੇਰੇ, ਅੱਧਾ ਕਿਲੋ ਮੱਖਣ, ਅੱਧ ਸੇਰ ਮੇਰੇ ਖਿਆਲ ਨਾਲ ਮਿਸ਼ਰੀ ਤੇ ਇੱਕ ਬਾਲਟੀ ਲੱਸੀ ਦੀ। ਇਹ ਉਹਨਾਂ ਦਾ ਬ੍ਰੇਕਫਾਸਟ ਸੀ। ਦੁਪਹਿਰੇ ਉਹ ਪ੍ਰਸ਼ਾਦਾ ਛਕਦੇ ਸੀ। ਸਵੇਰ ਦੀ ਖੁਰਾਕ ਇਹਨਾਂ ਦੀ ਇਹ ਸੀ। ਤੇ 6 ਮਹੀਨੇ ਤੋਂ ਵੱਧ ਉਹਦਾ ਘੋੜਾ ਜ਼ਿੰਦਗੀ ਨਹੀਂ ਸੀ ਜਿਉਂਦਾ। ਜਵਾਨ ਏਡਾ ਸੀ, ਬਲੀ ਏਡਾ ਸੀ। ਇਹ ਮੈਂ ਨਹੀਂ ਕਹਿੰਦਾ ਜੀ, ਇਹ ਹਰੀ ਰਾਮ ਗੁਪਤਾ ਕਹਿੰਦਾ ਹੈ, ਇਤਿਹਾਸਕਾਰ। ਇਹ ਸਿੱਖ ਨਹੀਂ ਕਹਿ ਰਿਹਾ, ਇੱਕ ਹਿੰਦੂ ਕਹਿ ਰਿਹਾ। ਉਹ ਕਹਿੰਦਾ ਹੈ ਕਿ 50,000 ਬੰਦਾ ਖਲੋਤਾ ਹੋਵੇ ਤੇ ਸਰਦਾਰ ਜੱਸਾ ਸਿੰਘ ਉੱਚੀ ਆਵਾਜ਼ 'ਚ ਭਾਸ਼ਣ ਦੇਵੇ ਤੇ ਸੁਣ ਜਾਂਦਾ ਸੀ। ਇਹ ਉਹਦੀ ਕਥਨੀ ਹੈ, ਅੱਗੇ ਵਾਹਿਗੁਰੂ ਜਾਣੇ। ਜੇ ਨਹੀਂ ਕਿਸੇ ਨੂੰ ਯਕੀਨ ਤੇ ਤੁਸੀਂ ਉਹਦੀ ਪੋਥੀ ਕੱਢ ਕੇ ਪੜ੍ਹ ਸਕਦੇ। ਗੁਣੀ ਏਡਾ ਸੀ
ਕਿ ਉਹਦੇ ਵਰਗਾ ਤਲਵਾਰਬਾਜ਼ ਕੋਈ ਨਹੀਂ, ਉਹਦੇ ਵਰਗਾ ਨਿਸ਼ਾਨਚੀ ਕੋਈ ਨਹੀਂ। ਤੇ ਨਿਤਨੇਮੀ ਏਡਾ ਪੱਕਾ ਸੀ ਕਿ 2:30-3 ਵਜੇ ਤੋਂ ਬਾਅਦ ਉਹਦੀ ਫੌਜ ਦੇ ਵਿੱਚ ਕੋਈ ਬੰਦਾ ਸੁੱਤਾ ਨਹੀਂ ਰਹਿ ਸਕਦਾ। ਉਹ ਸੌਣ ਨਹੀਂ ਸੀ ਦਿੰਦਾ ਤੇ ਉਹ ਆਪ ਗੇੜਾ ਕੱਢ ਕੇ ਵੇਂਦਾ ਸੀ ਵੀ ਸਿੰਘ ਬਾਣੀ ਪੜ੍ਹਦੇ ਆ ਕਿ ਨਹੀਂ। ਅੱਜ ਵੀ ਰਾਜਨੀਤਿਕ ਬੰਦੇ ਸਾਡੇ ਲੀਡਰ ਹੈਗੇ ਕਿ ਨਹੀਂ? ਜੇ ਸਰਦਾਰ ਜੱਸਾ ਸਿੰਘ ਸਾਡਾ ਬਾਦਸ਼ਾਹ ਸੀ, ਸੁਲਤਾਨ ਉਲ ਕੌਮ ਸੀ, ਤੇ ਅੱਜ ਵੀ ਬੜੇ ਬਾਦਸ਼ਾਹ ਕਹਾਉਂਦੇ ਨੇ। ਪਰ ਕਿਹੜਾ ਬਾਦਸ਼ਾਹ ਇਦਾਂ ਦਾ ਜਿਹਨੂੰ ਕੀਰਤਨ ਆਉਂਦਾ ਹੋਵੇ, ਆਸਾ ਦੀ ਵਾਰ ਦਾ ਕੀਰਤਨ ਕਰੇ? ਹੈ ਕੋਈ ਬਾਦਸ਼ਾਹ ਇਦਾਂ ਦਾ? ਕਿਹੜਾ ਬਾਦਸ਼ਾਹ ਇਦਾਂ ਦਾ ਜਿਹਨੂੰ ਜ਼ੁਬਾਨੀ ਗੁਰਬਾਣੀ ਕੰਠ ਹੋਵੇ? ਇਦਾਂ ਦਾ ਤੇ ਕੋਈ ਵੀ ਨਹੀਂ। ਤੇ ਫਿਰ ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਜਿਹੜੇ ਬਾਣੀ ਤੋਂ ਬੇਮੁਖ ਹੋ ਗਏ ਫਿਰ ਉਹਨਾਂ ਦੇ ਕਰਮਾਂ 'ਚ ਧੱਕੇ ਹੀ ਨੇ, ਜਿੰਨੇ ਮਰਜ਼ੀ ਖਾਈ ਜਾਓ। ਤੇ ਜਿਹਨੂੰ ਬਾਣੀ ਵਿਸਰ ਗਈ, ਸਤਿਗੁਰੂ ਕਹਿੰਦੇ ਉਹਦਾ ਹਾਲ ਕੀ ਹੋਊਗਾ? ਜਿਵੇਂ ਕੋੜ ਦਾ ਮਰੀਜ਼ ਤੜਫਦਾ ਵਾ, ਕੋੜੀ ਬੰਦਾ ਹਾਏ ਹਾਏ ਕਰਦਾ, ਇਹ ਹਾਲ ਉਹਨਾਂ ਬੰਦਿਆਂ ਦਾ ਹੋਊਗਾ ਜਿਹੜੇ ਬਾਣੀ ਨੂੰ ਭੁਲਾ ਬੈਠੇ ਨੇ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ। ਤਾਂ ਬਾਬਾ ਸਾਹਿਬ ਸਿੰਘ ਬੇਦੀ ਜਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਪੁਰਾਣੇ ਸਰਦਾਰਾਂ ਦਾ ਫਰਕ ਕੀ ਹੈ? ਇਹ ਰਾਜਨੀਤਿਕ ਵੀ ਸੀ, ਪਰ ਉਸ ਤੋਂ ਪਹਿਲਾਂ ਇਹ ਸੱਚੇ ਸਿੱਖ ਸੀ। ਪਾਰਟੀ ਬਾਅਦ ਚ ਸੀ, ਕੁਰਸੀ ਬਾਅਦ ਚ ਸੀ। ਉਸ ਤੋਂ ਪਹਿਲਾਂ ਇਹਨਾਂ ਦੀ ਸ਼ਰਧਾ ਸੀ ਆਪਣੇ ਗੁਰੂ ਉੱਤੇ, ਮਾਲਕ ਉੱਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ। ਬਾਬਾ ਸਾਹਿਬ ਸਿੰਘ ਬੇਦੀ ਸਿਆਲਾਂ ਦੀ ਰੁੱਤ ਹੈ, ਅੱਗ ਸੇਕਦੇ ਪਏ ਨੇ, ਸੇਵਾਦਾਰ ਕੋਲੇ ਠੰਡੇ ਨਾ ਹੋਣ, ਅੱਗ ਨੂੰ ਮਘਾਉਂਦਾ ਪਿਆ ਹੈ। ਫੂਕਾਂ ਮਾਰੇ ਜੀ, ਤੇ ਬਾਬਾ ਜੀ ਨੇ ਬਚਨ ਕੀਤਾ, ਕਿਉਂ ਅੰਮ੍ਰਿਤ ਨੂੰ ਕੋਲਿਆਂ ਤੇ ਡੋਲਦਾ? ਉਹਨੂੰ ਸਮਝ ਨਾ ਆਈ। ਸੰਤ ਫੇਰ ਕਹਿਣ ਲੱਗੇ, ਸੰਤ ਜੀ ਕੀ ਕਹਿੰਦੇ? ਕਿਉਂ ਅੰਮ੍ਰਿਤ ਨੂੰ ਕੋਲਿਆਂ ਤੇ ਡੋਲਦਾ? ਉਹਨੂੰ ਫੇਰ ਨਾ ਸਮਝ ਆਈ। ਸੰਤ ਕਹਿਣ ਲੱਗੇ, ਕਿਉਂ ਅੰਮ੍ਰਿਤ ਨੂੰ ਸਵਾਹ 'ਚ ਸੁੱਟੀ ਜਾਣਾ? ਉਹਨੇ ਹੱਥ ਜੋੜ ਲਏ, ਕਹਿੰਦਾ ਮਹਾਰਾਜ ਜੀ ਮੈਨੂੰ, ਮੇਰੇ ਕੋਲੇ ਕੋਈ ਅੰਮ੍ਰਿਤ ਨਹੀਂ ਆ, ਤੇ ਮੈਨੂੰ ਤੁਹਾਡਾ ਬਚਨ ਸਮਝ ਨਹੀਂ ਆ ਰਿਹਾ। ਉਹ ਕਹਿੰਦੇ ਤੇਰੇ ਸਵਾਸ ਬੜੇ ਬੇਸ਼ਕੀਮਤੀ ਆ, ਕਿਉਂ ਕੋਲਿਆਂ ਤੇ ਫੂਕਾਂ ਮਾਰੀ ਜਾਣਾ? ਇਹਨਾਂ ਸਵਾਸਾਂ ਨਾਲ ਵਾਹਿਗੁਰੂ ਕਹਿ, ਤੇ ਉੱਥੋਂ ਜਾ ਕੇ ਪੱਖੀ ਫੜ ਲਿਆ ਤੇ ਉਹਦੀ ਝੱਲ ਮਾਰ ਤੇ ਕੋਲੇ ਵਗਾ। ਐਵੇਂ ਫੂਕਾਂ ਮਾਰ ਮਾਰ ਇਹ ਸਵਾਸ ਜਿਹੜੇ ਅੰਮ੍ਰਿਤ ਨੇ, ਕਿਉਂ ਤੂੰ ਸਵਾਹ 'ਚ ਪਾਈ ਜਾਂਦਾ? ਹੁਣ ਵੇਖੋ, ਇੱਕ ਸੰਤ ਵਾਸਤੇ ਇੱਕ ਫੂਕ ਵੀ ਨਜਾਇਜ਼ ਹੀ ਆ। ਤੇ ਕਿੱਡੇ ਟੌਰ ਨਾ ਕਹਿ ਦਿੰਦੇ ਜੀ ਸੰਤ ਆਏ। ਮਹਾਰਾਜ ਕਹਿੰਦੇ ਸੰਤ ਇਹ ਨਹੀਂ ਹੁੰਦਾ। ਸੰਤ ਵਾਸਤੇ ਤੇ ਇੱਕ ਸਾਹ ਜੇ ਰੱਬ ਦੇ ਨਾਂ ਤੋਂ ਬਿਨਾਂ ਲੰਘ ਗਿਆ ਤੇ ਉਹਦੇ ਵਾਸਤੇ ਕਿੱਡਾ ਵੱਡਾ ਘਾਟਾ, ਏਡਾ ਵੱਡਾ ਘਾਟਾ। ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ, ਇੱਕ ਸਾਹ ਵੀ ਲੰਘ ਗਿਆ ਤੇ ਉਹਦੇ ਵਾਸਤੇ ਮੌਤ। ਹੁਣ ਕਿੱਡੀ ਸੌਖੀ ਵਿਆਖਿਆ ਆਪਾਂ ਕਰ ਦਿੰਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮਨ ਧਨ ਸੇ ਸਈ, ਨਾਨਕਾ ਪੂਰਨ ਸੋਈ ਸੰਤ। ਪਰ ਸੰਤ ਵਾਸਤੇ ਇੱਕ ਸਵਾਸ ਦਾ ਵੀ ਏਡਾ ਮੁੱਲ ਹੈ ਜੀ। ਸਰਦਾਰ ਜੱਸਾ ਸਿੰਘ ਜੀ, ਸਰਦਾਰ ਬਦਰ ਸਿੰਘ ਜੀ ਦੇ ਘਰ ਜਨਮ, ਮਾਤਾ ਜੀਵਨ ਕੌਰ, 10ਵੇਂ ਪਾਤਸ਼ਾਹ ਦੇ ਵਰ ਦੇ ਨਾਲ ਜਨਮ ਹੋਇਆ। ਫਿਰ ਪਹਿਲਾ ਸਿੱਖ ਜਿਹਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਪ੍ਰਾਪਤ ਹੈ। ਫਿਰ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਨਾਲ ਨਾਲ ਬੁੱਢੇ ਦਲ ਦੇ ਜਥੇਦਾਰ, ਦਲ ਖਾਲਸਾ ਦੇ ਜਥੇਦਾਰ। ਤੇ ਇਹ ਕਿੱਥੋਂ ਬਖਸ਼ਿਸ਼ ਮਿਲੀ?
ਸਾਰੀ ਸੇਵਾ ਦੇ ਵਿੱਚੋਂ ਹੀ ਜੀ। ਮਹਾਰਾਜ ਕਹਿੰਦੇ ਨਾ, ਰਾਗੀ ਸਿੰਘ ਪੜ੍ਹਦੇ ਹੁੰਦੇ ਨਾ ਪ੍ਰੇਮ ਨਾਲ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਪਿਤਾ ਚੜ੍ਹਾਈ ਕਰ ਗਿਆ ਜੀ, ਸੰਗਤਾਂ ਦਿੱਲੀ ਜਾਂਦੀਆਂ ਨੇ, ਮਾਤਾ ਸੁੰਦਰ ਕੌਰ ਦੇ ਦਰਸ਼ਨ ਕਰਨ ਮਾਤਾ ਜੀ ਗਏ, ਦੋਵਾਂ ਮਾਵਾਂ ਤੇ ਪੁੱਤਾਂ ਨੂੰ ਉਹਨਾਂ ਨੇ ਰੱਖ ਲਿਆ। ਇਹਨਾਂ ਦੀ ਮਾਤਾ ਬਹੁਤ ਬਾਣੀ ਕੰਠ ਸੀ, ਮਾਤਾ ਜੀਵਨ ਕੌਰ, ਤੇ ਇੱਕ ਇਹਨਾਂ ਦੇ ਮਾਤਾ ਦੀ ਸਿਫਤ ਸੀ, ਸ੍ਰੀ ਸਾਹਿਬ ਉੱਤੋਂ ਦੀ ਪਾਉਂਦੇ ਸੀ ਮਾਤਾ ਜੀਵਨ ਕੌਰ, ਤੇ ਖਜ਼ਾਨੇ ਦੇ ਵਿੱਚ ਗੁੜਕਾ ਸਾਹਿਬ, ਪੋਥੀ ਸਾਹਿਬ ਰੱਖਦੇ ਸੀ ਜੀ। ਭਾਵੇਂ ਬਾਣੀ ਬਹੁਤ ਕੰਠ ਸੀ, ਪਰ 24 ਘੰਟੇ ਗੁੜਕਾ ਸਾਹਿਬ ਉਹ ਆਪਣੇ ਗਲ 'ਚ ਰੱਖਦੇ ਸੀ। ਤੇ ਸ਼ੌਂਕ ਸੀ ਕੀਰਤਨ ਦਾ ਤੇ ਬਾਣੀ ਪੜ੍ਹਨ ਦਾ। ਐਵੇਂ ਨਹੀਂ, ਏਡਾ ਵੱਡਾ ਸਿੱਖ ਉਸ ਮਾਈ ਦੇ ਘਰ ਜਨਮਿਆ। ਮਾਤਾ ਸੁੰਦਰ ਕੌਰ ਕੀਰਤਨ ਤੋਂ ਪ੍ਰਭਾਵਿਤ ਹੋਏ ਤੇ ਜਾਣ ਲੱਗਿਆਂ ਵਰ ਦਿੱਤਾ, ਜੱਸਾ ਸਿੰਘ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਆਸਿਆਂ ਵਾਲੇ ਚੱਲਿਆ ਕਰਨਗੇ, ਭਾਵ ਚੌਬਦਾਰ ਚੱਲਿਆ ਕਰਨਗੇ। ਹੁਣ ਦਿੱਲੀ 'ਚ ਰਹੇ, ਥੋੜਾ ਜਿਹਾ ਮੈਂ ਜੀਵਨ ਸਾਂਝਾ ਕਰਦਾ ਜੀ। ਹਿੰਦੁਸਤਾਨੀ ਭਾਸ਼ਾ ਮੂੰਹ ਤੇ ਚੜ ਗਈ, ਮੁਸਲਮਾਨਾਂ ਦੇ ਸਟਾਈਲ ਵਾਲੀ ਪੱਗ ਬੰਨਦੇ ਸੀ ਇਤਿਹਾਸਕਾਰ ਲਿਖਦੇ, ਦਿੱਲੀ 'ਚ ਰਹਿਣ ਕਰਕੇ ਉਦਾਂ ਦੇ ਹਿਸਾਬ ਦੀ ਪੱਗ ਬੰਨਣ ਦੀ ਆਦਤ ਪੈ ਗਈ। ਹਮਕੋ ਤੁਮਕੋ ਬਹੁਤ ਵਰਤਦੇ ਸੀ। ਕਰਤਾਰਪੁਰ ਸਾਹਿਬ ਦੀ ਗੱਲ ਹੈ, ਸਰਦਾਰ ਬਾਘ ਸਿੰਘ ਆਪਣੀ ਭੈਣ ਦੇ ਨਾਲ, ਭਾਣਜੇ ਨਾਲ ਨਵਾਬ ਕਪੂਰ ਸਿੰਘ ਦੇ ਦਰਸ਼ਨ ਕਰਨ ਗਿਆ। ਨਵਾਬ ਕਪੂਰ ਸਿੰਘ ਕੌਣ ਹੈ? ਜਿਨ੍ਹਾਂ ਦਾ ਸਤਿਕਾਰ ਸਿੱਖ ਪੰਥ ਵਿੱਚ ਧੰਨ ਬਾਬਾ ਦੀਪ ਸਿੰਘ ਵਰਗਾ ਸੀ, ਧੰਨ ਭਾਈ ਮਨੀ ਸਿੰਘ ਵਰਗਾ ਜਿਨ੍ਹਾਂ ਦਾ ਸਤਿਕਾਰ। ਕੀਰਤਨ ਤੋਂ ਪ੍ਰਭਾਵਿਤ ਹੋਵੇ। ਦਲ ਖਾਲਸੇ 'ਚ ਜਦੋਂ ਮਾਂ ਪੁੱਤ ਨੇ ਕੀਰਤਨ ਦੀ ਹਾਜ਼ਰੀ ਭਰੀ ਤੇ ਨਵਾਬ ਕਪੂਰ ਸਿੰਘ ਨੇ ਕਹਿਤਾ ਵੀ ਇਹ ਮੈਨੂੰ ਦੇ ਦਿਓ, ਇਹ ਭੁਜੰਗੀ ਮੈਨੂੰ ਦੇ ਦਿਓ, ਨਾ ਕਰ ਸਕੇ। ਅਖੀਰ ਭਾਸ਼ਾ ਦਿੱਲੀ ਦੀ ਸੀ, ਹਿੰਦੁਸਤਾਨੀ, ਤੇ ਸਿੱਖ ਸਰਦਾਰਾਂ 'ਚੋਂ ਇੱਕ ਹੀ ਸਰਦਾਰ ਸੀ ਜਿਹੜਾ ਉਰਦੂ ਤੇ ਫਾਰਸੀ ਪੜ੍ਹਿਆ ਸੀ ਜੀ, ਸਰਦਾਰ ਜੱਸਾ ਸਿੰਘ, ਜਿਹਨੂੰ ਆਪਾਂ ਪੜ੍ਹਿਆ ਲਿਖਿਆ ਕਹਿ ਸਕਦੇ। ਹਮਕੋ ਤੁਮਕੋ ਬੋਲਦੇ ਤੇ ਸਿੰਘ ਜਿਹੜੇ ਪੁਰਾਣੇ ਖੁੰਡ ਸੀ, ਫਿਰ ਉਹਨਾਂ ਅੱਗੇ ਭਾਵੇਂ ਜੱਸਾ ਸਿੰਘ ਬੜਾ ਚਤਰ ਸੀ, ਤੀਕਸ਼ਣ ਸੀ, ਗੰਭੀਰ ਸੀ, ਪਰ ਮਖੌਲ ਸਹਿਣ ਦੀ ਆਦਤ ਨਹੀਂ ਸੀ ਪਈ। ਜਦੋਂ ਘੋੜਿਆਂ ਨੂੰ ਦਾਣਾ ਵੰਡਣਾ ਤੇ ਹਮਕੋ ਤੁਮਕੋ ਕਹਿਣਾ ਜੀ, ਤੇ ਸਿੰਘਾਂ ਛੇੜੀ ਜਾਣਾ ਹਮਕੋ ਤੁਮਕੋ ਕਹਿ ਕੇ, ਅੱਖਾਂ 'ਚ ਅਥਰੂ, ਤੇ ਨਵਾਬ ਜੀ ਕੋਲ ਆਣ ਕੇ ਰੋ ਪਏ ਵੀ ਮੇਰੇ ਤੋਂ ਨਹੀਂ ਹੁੰਦੀ ਸੇਵਾ, ਇਹ ਤੇ ਮੈਨੂੰ ਚੜਾਉਂਦੇ ਆ, ਦੁਖੀ ਕਰਦੇ। ਤਾਂ ਨਵਾਬ ਜੀ ਨੇ ਕੀ ਆਖਿਆ, ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਇਹ ਏਡਾ ਗਰੀਬ ਨਵਾਜ ਪੰਥ ਆ ਨਾ ਖਾਲਸਾ ਪੰਥ, ਮੈਂ ਇਹਨਾਂ ਦੇ ਘੋੜਿਆਂ ਦੀ ਸੇਵਾ ਕਰਦਾ ਸੀ, ਮੈਨੂੰ ਇਹਨਾਂ ਨਵਾਬ ਬਣਾਤਾ। ਤੇ ਜੱਸਾ ਸਿਆਂ ਰੋਸ ਕਿਉਂ ਕਰਦਾ ਵਾਂ, ਤੂੰ ਇਹਨਾਂ ਦੀ ਸੇਵਾ ਕਰਦਾ, ਖੌਰੇ ਤੈਨੂੰ ਪਾਤਸ਼ਾਹ ਬਣਾ ਦੇਣ। ਤੇ ਸਿੰਘਾਂ ਨੇ ਕਹਿੰਦੇ ਉਸੇ ਵੇਲੇ ਜਕਾਰੇ ਛੱਡਤੇ ਸੀ। ਕਿਉਂ? ਕਿ ਨਵਾਬ ਕਪੂਰ ਸਿੰਘ ਬ੍ਰਹਮ ਗਿਆਨੀ ਸੰਤਾਏ ਦਾ ਬਚਨ ਮਿਥਿਆ ਨਹੀਂ ਹੋਵੇਗਾ। ਤੇ ਜਿੱਦਣ ਲਾਹੌਰ ਫਤਿਹ ਹੋਇਆ, ਉਦਣ ਇਹਨਾਂ ਨੂੰ ਬਾਦਸ਼ਾਹ ਦਾ ਖਿਤਾਬ ਦਿੱਤਾ। ਜਿੱਦਣ ਦਿੱਲੀ ਫਤਿਹ ਹੋਈ, ਉਦਣ ਇਹ ਦਿੱਲੀ ਦੇ ਤਖਤ ਉੱਤੇ ਬੈਠੇ। ਔਰ 10ਵੇਂ ਪਾਤਸ਼ਾਹ ਦਾ ਬਚਨ, ਧੰਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਾਂਗੇ, ਉਹ ਇਸ ਸਰਦਾਰ ਨੇ ਪੂਰਾ ਕੀਤਾ ਸੀ, ਖੋਤਿਆਂ ਦੇ ਹਲ ਚਲਾ ਕੇ। ਤੇ ਫਿਰ ਸਵਾਲ ਪੈਦਾ ਹੁੰਦਾ ਵੀ ਮਲਬਾ ਕਿੱਥੇ ਗਿਆ? ਸਰਹੰਦ ਏਡੀ ਵੱਡੀ ਸੀ। 1867 'ਚ ਪਟਿਆਲੇ ਵਾਲੇ ਰਾਜੇ ਨੇ ਜਦੋਂ ਰੇਲ ਸ਼ੁਰੂ ਹੋਈ ਨਾ ਜੀ, ਤਾਂ ਜਿਹੜੀ ਰੇਲ ਦੀ ਪਟੜੀ ਆ, ਉਹਦੇ 'ਚ ਜਿਹੜੀਆਂ ਸਰਹੰਦ ਦਾ ਮਲਬਾ ਉਹਦੇ 'ਚ ਪਾਇਆ ਗਿਆ। ਕੁਝ ਮਲਬਾ ਤੇ ਅਜੇ ਵੀ ਫਤਿਹਗੜ੍ਹ ਸਾਹਿਬ ਦੇ ਬਾਹਰ ਹੈ ਨਾ, ਉੱਚਾ ਥੇ, ਤੇ ਬਾਕੀ ਸਾਰਾ ਮਲਬਾ ਰੇਲ ਪਟੜੀ ਦੇ ਥੱਲੇ ਪਾਇਆ ਗਿਆ। ਜੇ ਕੋਈ ਸਵਾਲ ਕਰੇ ਵੀ ਕਿੱਥੇ ਗਿਆ, ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ।
ਸੋ ਰਹੋ ਵਿਚਾਰ। ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਇਹ ਅੰਮ੍ਰਿਤ ਆ, ਇਹਦੇ ਨਾਲ ਨਾਮ ਜਪ ਇਹਨੂੰ ਉਜਾਈ ਨਾ ਗਵਾ, ਤਾਂ ਹਰ ਬਿਨ ਰਹਿਣ ਨਾ ਜਾਈ। ਐਸੀ ਅਵਸਥਾ ਬਣ ਜਾਂਦੀ ਗੁਰੂ ਕੇ ਸਿੱਖਾਂ ਦੀ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਸਰਦਾਰ ਪਿਆਰਾ ਸਿੰਘ ਜੀ ਪਦਮ ਕਹਿੰਦੇ ਸਿੱਖ ਉਹ ਆ ਜਿਹਦੇ ਕੋਲੇ ਦੋ ਚੀਜ਼ਾਂ ਨੇ, ਇੱਕ ਪਾਣੀ ਤੇ ਦੂਜੀ ਬਾਣੀ। ਤੁਸੀਂ ਜਿੰਨੇ ਵੀ ਸਿੱਖਾਂ ਦੇ ਤੀਰਥ ਨੇ, ਗੁਰਦੁਆਰੇ ਨੇ, ਉਹ ਦੋ ਚੀਜ਼ਾਂ ਤੁਹਾਨੂੰ ਸਿਖਾਉਣਗੇ, ਇੱਕ ਪਾਣੀ ਤੇ ਦੂਜੀ ਬਾਣੀ। ਸਮਝਦੇ ਨਾ ਜੀ? ਪਾਣੀ ਤੇ ਬਾਣੀ ਯਾਦ ਰੱਖਿਓ। ਪਾਣੀ ਤੇ ਬਾਣੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੁਣ ਦੇਖੋ, ਪਾਣੀ ਹਰਮੰਦਰ ਸਾਹਿਬ ਸਰੋਵਰ ਤੇ ਕਿੰਤੂ ਨਹੀਂ, ਜਿਹਦੇ ਕੋਲੇ ਪਾਣੀ ਉਹਦੇ ਕੋਲੇ ਹੀ ਬਾਣੀ। ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਤੇ ਬਾਣੀ ਪੜ੍ਹੇ, ਤਾਂ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ, ਏਦਾਂ ਗੁਰੂ ਕੇ ਸਿੱਖ ਜੇ ਨਾਮ ਨਾ ਜਪਣ, ਨਿਤਨੇਮ ਨਾ ਕਰਨ, ਤਾਂ ਆਤਮਕ ਮੌਤ ਉਹਨਾਂ ਦੀ ਮੰਨੀ ਜਾਂਦੀ ਹੈ। ਮੇਰੇ ਪ੍ਰਭ ਕਿਰਪਾ ਜਲ ਦੇਵਹੁ ਹਰਿ ਨਾਈ। ਇਹ ਮੇਰੇ ਪ੍ਰਭੂ ਪਰਮੇਸ਼ਰ ਜੀ, ਕਿਰਪਾ ਕਰਕੇ, ਤਰਸ ਕਰਕੇ ਮੈਨੂੰ ਨਾਮ ਰੂਪੀ ਜਲ ਜਿਹੜਾ ਹੈ ਉਹ ਦੇਣਾ ਕਰੋ। ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਹਉ ਅੰਤਰ ਨਾਮ, ਮੈਂ ਅੰਦਰੋਂ ਨਾਮ ਮੰਗਦਾ ਵਾਂ, ਐਵੇਂ ਵਿਖਾਵਾ ਨਹੀਂ। ਜੇ ਕੋਈ ਵਿਖਾਵਾ ਕਰੇ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ। ਤੇ ਜਿਹੜੀ ਚੀਜ਼ ਸਾਡੇ ਢਿੱਡ ਦੀ ਭੁੱਖ ਆ, ਸਾਧ ਸੰਗਤ ਜੀ, ਗੁਰੂ ਉਹ ਹੀ ਦਿੰਦਾ ਤੁਹਾਨੂੰ। ਇਹ ਵੀ ਮਹਾਰਾਜ ਨੇ ਲਿਖਿਆ, ਜੈਸੀ ਭੂਖ ਤੈਸੀ ਕਾ ਪੂਰਕ। ਜਿਹੜੀ ਅੰਦਰਲੀ ਭੁੱਖ ਆ ਨਾ ਜੀ, ਉਹ ਚੀਜ਼ ਹੀ ਮਿਲੂਗੀ। ਤੂੰ ਮੂੰਹ ਤੋਂ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾ, ਰੱਬ ਨਹੀਂ ਤੇਜਦਾ ਇਸ ਤਰ੍ਹਾਂ। ਮਹਾਰਾਜ ਕਹਿੰਦੇ ਜੈਸੀ ਭੂਖ, ਜਿਹੜੀ ਤੇਰੇ ਅੰਦਰ ਭੁੱਖ ਆ। ਹੁਣ ਇੱਥੇ ਫੇਰ ਮਹਾਰਾਜ ਕਹਿੰਦੇ ਆ, ਨਾਮ ਉਹਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਅੰਦਰੋਂ ਮੰਗਣਗੇ, ਜਿਨ੍ਹਾਂ ਦੀਆਂ ਬਾਕੀਆਂ ਇਛਾਵਾਂ ਜਿਹੜੀਆਂ ਨੇ ਮਰ ਚੁੱਕੀਆਂ ਨੇ। ਤੇ ਅਸੀਂ ਗੁਰਬਾਣੀ ਵਿੱਚ ਇੱਕ ਗੱਲ ਪੜ੍ਹਦੇ, ਇੱਕ ਸਿੱਖ ਨੇ ਵੀ ਸਵਾਲ ਕੀਤਾ ਸੀ ਵੀ ਇੱਕ ਬੰਨੇ ਤੇ ਬਾਣੀ ਕਹਿੰਦੀ ਮੰਗੋ ਹੀ ਕੁਝ ਨਾ, ਨਿਸ਼ਕਾਮ ਰਹੋ, ਤੇ ਦੂਸਰੇ ਬੰਨੇ ਬਾਣੀ ਕਹਿੰਦੀ ਸਿਰਫ ਤੇ ਸਿਰਫ ਨਾਮ ਮੰਗ। ਇਹਦਾ ਕੀ ਮਤਲਬ ਹੈ? ਇੱਕ ਬੰਨੇ ਤੇ ਮਹਾਰਾਜ ਕਹਿੰਦੇ ਨਾ ਸੇਵਾ ਕਰਤ ਹੋਏ ਨਿਹਕਾਮੀ, ਤੇ ਦੂਸਰੇ ਬੰਨੇ ਮਹਾਰਾਜ ਕਹਿੰਦੇ ਨਾਮ ਮੰਗ। ਤਾਂ ਕਿਸੇ ਮਹਾਂਪੁਰਖ ਨੇ ਇਹਦਾ ਜਵਾਬ ਦਿੱਤਾ, ਉਹ ਕਹਿੰਦੇ ਕੁਝ ਨਾਮ ਮੰਗਣਾ ਇਹਦਾ ਮਤਲਬ ਹੁੰਦਾ ਸਿਰਫ ਨਾਮ ਮੰਗਣਾ। ਕੁਝ ਨਾ ਮੰਗਣਾ ਇਹਦਾ ਮਤਲਬ ਹੁੰਦਾ ਗੁਰੂ ਦੇ ਦਰਸ਼ਨ ਮੰਗਣੇ। ਇਹ ਗੱਲ ਚੇਤੇ ਰੱਖਣੀ ਚਾਹੀਦੀ। ਆਪਾਂ ਪੜ੍ਹਦੇ ਬੜੇ ਪ੍ਰੇਮ ਦੇ ਨਾਲ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਕਿਰਪਾ ਕਰਕੇ ਕੀ ਮੇਰੇ ਤੇ ਕਿਰਪਾ ਕਰੋ, ਨਾਮ ਦੀ ਬਖਸ਼ਿਸ਼ ਕਰੋ। ਧੰਨ ਬਾਬਾ ਫਰੀਦ ਸਾਹਿਬ ਤੇਰੀ ਪਨਹ ਖੁਦਾਏ, ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ। ਇਹੀ ਬੇਨਤੀ ਮਹਾਰਾਜ ਸਿਖਾਉਂਦੇ ਨੇ ਕਿ ਅੰਦਰੋਂ ਨਾਮ ਮੰਗਦਾ ਹਾਂ ਰਾਤ ਦੇ ਦਿਨ, ਤੇ ਨਾਮ ਕਰਕੇ ਹੀ ਸ਼ਾਂਤੀ ਪਾਈ ਹੈ। ਇੱਥੇ ਸ਼ਾਂਤੀ ਦਾ ਮਤਲਬ ਅਵਸਥਾ, ਸਹਿਜ ਅਵਸਥਾ। ਅਵਸਥਾ ਦਾ ਮਤਲਬ ਹੁੰਦਾ ਹੈ ਆਪਣੇ, ਜਿਵੇਂ ਇੱਕ ਧਾਰਮਿਕ ਗ੍ਰੰਥਾਂ ਚ ਆਉਂਦਾ ਨਾ, ਯਮ ਲਬਦਵਾ। ਜਿਸ ਚੀਜ਼ ਨੂੰ ਅਸੀਂ ਪ੍ਰਾਪਤ ਕਰ ਲਈਏ ਉਹਦੇ ਬਾਅਦ ਹੋਰ ਕੋਈ ਇੱਛਾ ਹੀ ਨਾ ਰਹਿ ਜੇ, ਉਹਨੂੰ ਅਵਸਥਾ ਕਿਹਾ ਜਾਂਦਾ। ਜਿਸ ਐਸੀ ਸਟੇਜ ਜਿਹੜੀ ਇੱਕ ਵਾਰੀ ਮਿਲ ਜੇ, ਉਹਦੇ ਬਾਅਦ ਭਾਵੇਂ ਸਰੀਰ ਦੇ 100 ਟੋਟੇ ਕਰ ਦਿੱਤੇ ਜਾਣ ਤਾਂ ਵੀ ਕ੍ਰੋਧ ਨਾ ਆਵੇ, ਮਨ ਸ਼ਾਂਤ ਰਵੇ, ਇਹਨੂੰ ਅਵਸਥਾ ਕਿਹਾ ਜਾਂਦਾ ਜੀ। ਤੇ ਧਾਰਮਿਕ ਗ੍ਰੰਥ ਕਹਿੰਦੇ ਜੇ ਇਹ ਨਹੀਂ ਨਾ ਮਿਲੀ ਤੈਨੂੰ,
ਤਾਂ ਅਜੇ ਤੈਨੂੰ ਕੁਛ ਵੀ ਨਹੀਂ ਮਿਲਿਆ ਹੈ। ਯਤਨ ਕਰ ਤੈਨੂੰ ਮਿਲੇ। ਦੂਸਰੀ ਗੱਲ, ਉਹ ਕਹਿੰਦੇ ਤੈਨੂੰ ਇਹ ਸਟੇਜ ਮਿਲੀ ਆ ਜਿਹਨੂੰ ਮਿਲ ਤੋਂ ਬਾਅਦ ਭਾਵੇਂ 2 ਪਹਾੜਾਂ ਦੇ ਵਿੱਚ ਸਰੀਰ ਦੇ ਦਿੱਤਾ ਜਾਵੇ, ਦਰੜ ਦਿੱਤਾ ਜਾਵੇ, ਮਸਲ ਦਿੱਤਾ ਜਾਵੇ, ਤੇ ਫੇਰ ਵੀ ਤੇਰੇ ਮਨ ਦਾ ਜਿਹੜਾ ਸਹਿਜ ਆ ਉਹ ਵਿਗੜੇ ਨਾ, ਤੇਰੇ ਮੱਥੇ ਤੇ ਵੱਟ ਪਵੇ ਨਾ। ਏਸੀ ਵਾਲੇ ਕਮਰੇ 'ਚ ਤੇ ਸਾਰੇ ਹੀ ਬਹਿ ਕੇ ਪੜ੍ਹ ਲੈਂਦੇ ਨੇ ਤੇਰਾ ਕੀਆ ਮਿੱਠਾ ਲੱਗੇ। ਸਵਾਦ ਤੇ ਤਾਂ ਜੇ ਤਤੀ ਲੋਹ ਤੇ ਬਹਿ ਕੇ ਪੜ੍ਹ ਕੇ ਦਿਖਾ ਤੇਰਾ ਕੀਆ ਮਿੱਠਾ ਲੱਗੇ। ਸੋਹਣੇ ਗੱਦੇ ਤੇ ਬਹਿ ਕੇ ਤੇ ਸਾਰੇ ਹੀ ਪੜ੍ਹ ਲੈਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਸਵਾਦ ਤੇ ਤਾਂ ਕੰਡਿਆਂ ਦੀ ਸੇਜ ਹੋਵੇ, ਪੁੱਤ ਤੇਰੇ ਸ਼ਹੀਦ ਹੋ ਜਾਣ ਤੇ ਤੂੰ ਫੇਰ ਵੀ ਜੰਗਲ 'ਚ ਬੈਠਾ ਪੜੇ, ਨਾ ਘਰ ਹੋਵੇ, ਨਾ ਘਾਟ ਹੋਵੇ, ਨਾ ਕੱਪੜਾ ਹੋਵੇ, ਨਾ ਜੁੱਤੀ ਹੋਵੇ, ਨਾ ਪ੍ਰਸ਼ਾਦਾ ਛਕਿਆ ਹੋਵੇ, ਨਾ ਪਾਣੀ ਪੀਤਾ ਹੋਵੇ, ਤੇ ਸਭ ਕੁਝ ਉੱਜੜ ਜੇ, ਤੇ ਫੇਰ ਵੀ ਗਾ ਕੇ ਵਿਖਾ ਨਾ ਫਿਰ ਮਿੱਤਰ ਪਿਆਰੇ ਨੂੰ ਹਾਲ। ਇਹਨੂੰ ਕੀ ਕਹਿੰਦੇ ਨੇ? ਅਵਸਥਾ। ਇਹਨੂੰ ਕੀ ਕਹਿੰਦੇ? ਅੰਦਰ ਦੀ ਸ਼ਾਂਤੀ, ਸਹਿਜ। ਸਿਰੇ ਤੇ ਬੜਿਆਂ ਨੇ ਬੰਨੇ ਵਿਆਹ ਕਰਾਉਣ ਨੂੰ, ਪਰ ਕਿਤੇ ਅਕਾਲ ਤਖਤ ਸਾਹਿਬ ਦੇ ਪਿੱਛੇ ਜਾ ਕੇ ਵੇਖਿਓ, ਧੰਨ ਬਾਬਾ ਗੁਰਬਖਸ਼ ਸਿੰਘ, ਉਧਰ 30,000 ਇੱਧਰ 30, ਤੇ ਜਦੋਂ ਸ਼ਹੀਦ ਹੋਣ ਤੁਰੇ ਤੇ ਘੋੜੀਆਂ ਦੇ ਸ਼ਬਦ ਪੜੇ ਤੇ ਸਿਹਰੇ ਬੰਨੇ, ਅਸੀਂ ਮੌਤ ਵਿਆਹੁਣ ਚੱਲੇ ਆਂ ਜੀ। ਗ੍ਰਿਫਤਾਰੀਆਂ ਬੜਿਆਂ ਨੇ ਦਿੱਤੀਆਂ ਹੋਣਗੀਆਂ, ਬੜੇ ਪਖੰਡ ਕਰਦੇ ਨੇ। ਤੁਹਾਨੂੰ ਪਤਾ ਤਗੜੇ ਬੰਦੇ ਦੀ ਕਾਹਦੀ ਜੇਲ੍ਹ ਹੁੰਦੀ ਜੀ? ਤਗੜੇ ਬੰਦੇ ਨੂੰ ਤੇ ਅੰਦਰ ਵੀ ਸਭ ਕੁਝ ਹੀ ਮਿਲਦਾ। ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਅੱਜ ਜੇ ਗ੍ਰਿਫਤਾਰੀ ਦਿੱਤੀ ਤੇ ਸਾਰੀ ਉਮਰ ਨੀਲੀ ਪੱਗ, ਅੱਜ ਪੀਲੀ ਪੱਗ ਕਹਿੰਦੇ ਸ਼ਗਨ ਲੱਗਣਾ, ਫਿਰ ਅੱਜ ਤੇ ਬੰਨ੍ਹ ਹੀ ਲਈਏ ਨਾ। ਮੌਤ ਵਿਆਹ ਤੋਂ ਪਹਿਲਾਂ ਸ਼ਗਨ ਲੱਗਦਾ ਹੈ। ਵੇਖੋ ਜੀ, ਧੰਨ ਬਾਬਾ ਵੀਰ ਸਿੰਘ ਨਰੰਗਾਬਾਦ, ਉਹ ਮਾਰਨ ਆਉਣ, ਇਹ ਉਹਨਾਂ ਵਾਸਤੇ ਕੜਾਹ ਪ੍ਰਸ਼ਾਦ ਕਰਾ ਕਰਾ ਕੇ ਕਮਰੇ ਭਰ ਦਵੇ, ਤੇ ਮਰਨ ਤੋਂ ਬਾਅਦ ਵੀ ਥੱਕਣਗੇ, ਭੁੱਖ ਲੱਗੂਗੀ, ਸਾਡੇ ਭਰਾ ਨੇ, ਤੇ ਖਾ ਲੈਣ ਫਿਰ ਦੇਗ। ਨਾਲੇ ਕੀਰਤਨ ਸੋਹਿਲੇ ਤੋਂ ਬਾਅਦ ਦੇਗ ਤੇ ਬਣਨੀ ਬਣਨੀ ਆ, ਪਹਿਲਾਂ ਹੀ ਬਣਾ ਦਿੰਨੇ। ਇਹਨੂੰ ਕੀ ਕਹਿੰਦੇ? ਅਵਸਥਾ। ਤਾਂ ਮਹਾਰਾਜ ਕਹਿੰਦੇ ਨਾਮ ਕਰਕੇ ਹੀ ਅਵਸਥਾ ਬਣਦੀ, ਬਿਨਾਂ ਨਾਮ ਤੋਂ ਕਿਸੇ ਨੂੰ ਸ਼ਾਂਤੀ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ। ਤਾਂ ਵਿਸਰਾਮ ਦੇ ਕੇ ਰਹਾਉ ਦਾ ਸਤਿਗੁਰੂ ਫਰਮਾਉਂਦੇ ਹਨ, ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ। ਜਿਵੇਂ ਬਬੀਹਾ ਸ਼ਵਾਂਤੀ ਬੂੰਦ ਤੋਂ ਬਿਨਾ ਤੜਫਦਾ ਹੈ, ਸ਼ਵਾਂਤੀ ਬੂੰਦ ਤੋਂ ਬਿਨਾ ਉਹਦੀ ਪਿਆਸ ਨਹੀਂ ਜਾਂਦੀ। ਗੁਰਮੁਖ ਜਲ ਪਾਵੈ ਸੁਖ ਸਹਜੇ, ਹਰਿਆ ਭਾਏ ਸੁਭਾਈ। ਗੁਰੂ ਦੇ ਦੁਆਰੇ ਇਹ ਸ਼ਵਾਂਤੀ ਰੂਪ, ਜਗਿਆਸੂ ਰੂਪ ਬਬੀਏ ਨੂੰ ਜਲ ਪ੍ਰਾਪਤ ਹੋਵੇਗਾ। ਫਿਰ ਕੀ ਹੋਵੇਗਾ? ਸਹਿਜ ਸੁਖ, ਆਤਮ ਸੁਖ ਦੀ ਪ੍ਰਾਪਤੀ ਹੋਵੇਗੀ, ਤੇ ਭਾਏ ਪ੍ਰੇਮ ਕਰਕੇ ਉਹ ਹਰਿਆ ਹੋਵੇਗਾ, ਤੇ ਸੁਭਾਈ ਸ੍ਰੇਸ਼ਟ ਸ਼ੋਭਾ ਵਾਲਾ ਹੋਵੇਗਾ। ਬੜੀ ਵੱਡੀ ਉਹਨੂੰ ਸ਼ੋਭਾ ਪ੍ਰਾਪਤ ਹੋਵੇਗੀ। ਮਹਾਰਾਜ ਜੀ ਏਡੀ ਵੱਡੀ ਸ਼ੋਭਾ ਕਰਦੇ ਨੇ ਗੁਰੂ ਕੇ ਸਿੱਖ ਦੀ। 3 ਵਾਰੀ ਸਤਿਗੁਰੂ ਨੇ ਧੰਨ ਸ਼ਬਦ ਵਰਤਿਆ ਜੀ, 3 ਵਾਰੀ। ਕਈ ਸਿੱਖ ਕਹਿੰਦੇ ਆ, ਕਿਉਂ ਤੁਸੀਂ ਕਿਸੇ ਸੰਤ ਨੂੰ ਧੰਨ ਕਹਿੰਦੇ ਆ? ਪਰ ਮੈਂ ਤਾਂ ਨਹੀਂ ਕਹਿੰਦਾ ਜੀ, ਇਹ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ ਬਾਬਾ ਬੁੱਢਾ ਸਾਹਿਬ, ਧੰਨ ਭਾਈ ਸਾਲੋ ਸਾਹਿਬ, ਧੰਨ ਭਾਈ ਬਹਿਲੋ ਸਾਹਿਬ, ਧੰਨ ਭਾਈ ਅਦਲੀ, ਧੰਨ ਭਾਈ ਮੰਝ। ਏਡੀ ਵੱਡੀ ਸ਼ੋਭਾ ਪ੍ਰਾਪਤ ਹੋਊਗੀ ਕਿ ਜਿੰਨਾ ਚਿਰ ਸੰਸਾਰ ਰਹੂਗਾ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਨਾਮ ਇਸ ਸੰਸਾਰ ਤੇ ਰਹੇਗਾ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਅੱਜ ਬੜੇ ਯਤਨ ਹੋ ਰਹੇ, ਕਹਿੰਦੇ ਸਾਧ ਨਹੀਂ ਹੁੰਦਾ, ਸੰਤ ਨਹੀਂ ਹੁੰਦਾ,
ਨੌਵੇਂ ਪਾਤਸ਼ਾਹ ਕਹਿੰਦੇ ਜਾ ਜ਼ੋਰ ਲਾ ਲਾ, 3 ਚੀਜ਼ਾਂ ਦੁਨੀਆ ਤੇ ਰਹਿਣਗੀਆਂ। ਇੱਥੇ ਪਖੰਡੀਆਂ ਦੀ ਗੱਲ ਨਹੀਂ, ਇੱਥੇ ਅਸਲੀ ਗੁਰੂ ਕੇ ਸਿੱਖ 3 ਰਹਿਣਗੇ ਹੀ ਰਹਿਣਗੇ। ਜਿਹਦਾ ਜ਼ੋਰ ਜਿੰਨਾ ਮਰਜੀ ਜਿੰਨੇ ਲਾਉਣਾ ਲਾ ਲਓ, 3 ਰਹਿਣੇ ਹੀ ਰਹਿਣੇ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ। ਗੁਰਮੰਤ ਇਸ ਲੋਕ ਦੀ ਵੀ ਸ਼ੋਭਾ ਤੇ ਪਰਲੋਕ ਦੀ ਵੀ ਸ਼ੋਭਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਦਾਸ ਬੇਨਤੀ ਕਰੇ, ਕਾਲੀਦਾਸ ਬੜਾ ਵੱਡਾ ਬ੍ਰਾਹਮਣ ਹੋਇਆ ਨਾ, ਵਿਦਵਾਨ। ਪਿਆਸ ਲੱਗੀ, ਮਾਣ ਹੋ ਗਿਆ ਵਿਦਿਆ ਦਾ, ਮੈਂ ਬੜੀ ਵਿਦਿਆ ਪੜ੍ਹੀ। ਰੱਬ ਨੇ ਕੌਤਕ ਰਾਜਤਾ। ਪਾਣੀ ਪੀਣ ਖੂਹ ਤੇ ਗਿਆ, ਮਾਈਆਂ ਪਾਣੀ ਭਰਨ ਘੜਿਆਂ 'ਚ, ਤੇ ਮਾਤਾ ਨੂੰ ਕਹਿੰਦਾ ਪਾਣੀ ਪਿਆ। ਉਹ ਕਹਿੰਦੀ ਮੈਂ ਨਹੀਂ ਜਾਣਦੀ ਤੂੰ ਕੌਣ ਆ, ਪਹਿਲਾਂ ਆਪਦਾ ਐਡਰੈਸ ਦੱਸ। ਕਹਿੰਦਾ ਮੈਂ ਮਹਿਮਾਨ। ਉਹ ਕਹਿੰਦੀ ਮਹਿਮਾਨ 2 ਹੀ ਨੇ ਦੁਨੀਆ 'ਚ, ਇੱਕ ਚੰਦ ਦੂਜਾ ਸੂਰਜ, ਤੂੰ ਕਿਹੜਾ ਉਹਨਾਂ 'ਚੋਂ। ਬਸ ਨਿਕਲ ਗਈ ਪੈਰਾਂ ਥੱਲੋਂ ਮਿੱਟੀ ਵੀ ਇਹ ਕੌਣ ਆ। ਕਹਿੰਦਾ ਮੈਂ ਪ੍ਰਾਹੁਣਾ। ਉਹ ਕਹਿੰਦੀ ਪ੍ਰਾਹੁਣੇ 2 ਹੀ ਆ, ਧਨ ਤੇ ਜੋਬਨ, ਦੱਸ ਤੂੰ ਕੌਣ ਆ ਦੋਵਾਂ 'ਚੋਂ। ਹੈਰਾਨ ਰਹਿ ਗਿਆ ਵੀ ਇਹ ਕਿਹੜੀ ਮਾਈ ਟੱਕਰ ਗਈ ਅੱਜ, ਇਹੋ ਜਿਹਾ ਤੇ ਕੋਈ ਪੰਡਤ ਵਿਦਵਾਨ ਨਹੀਂ ਸੀ ਟੱਕਰਿਆ। ਕਾਲੀਦਾਸ ਕਹਿਣ ਲੱਗਾ ਮੈਂ ਸਹਿਣਸ਼ੀਲ। ਉਹ ਕਹਿੰਦੀ ਸਹਿਣਸ਼ੀਲ 2 ਹੀ ਨੇ ਦੁਨੀਆ 'ਚ, ਇੱਕ ਆਪਣੇ ਧਰਤੀ ਤੇ ਦੂਜਾ ਰੁੱਖ। ਤੂੰ ਦੱਸ ਕੌਣ ਆ ਦੋਵਾਂ 'ਚੋਂ। ਕਾਲੀਦਾਸ ਜਦੋਂ ਐ ਝੂਠਾ ਹੋ ਗਿਆ ਨਾ, ਕੱਚਾ ਹੋ ਗਿਆ, ਫਿਰ ਕਾਲੀਦਾਸ ਵਿਦਵਾਨ ਸੀ ਨਾ, ਇਹ ਹਟਦੇ ਨਹੀਂ। ਫਿਰ ਕਾਲੀਦਾਸ ਕਹਿਣ ਲੱਗਾ ਮੈਂ ਸਿਰੇ ਦਾ ਜਿੱਦੀ। ਉਹ ਕਹਿੰਦੀ ਕਿਉਂ ਝੂਠ ਬੋਲਦਾ ਮੁੜ ਮੁੜ ਕੇ, ਤੂੰ ਜਿੱਦੀ ਵੀ ਨਹੀਂ ਹੈਗਾ। ਜਿੱਦੀ 2 ਹੀ ਨੇ ਦੁਨੀਆ ਵਿੱਚ, ਇੱਕ ਨਹੁੰ ਤੇ ਦੂਜੀ ਸੱਸ, ਤੂੰ ਕੌਣ ਆ ਦੋਵਾਂ 'ਚੋਂ। ਕਾਲੀਦਾਸ ਜੀ ਨੇ ਝੂਠੀ ਨਿਮਰਤਾ ਵਿਖਾਈ, ਨਹੀਂ ਕੰਮ ਸਿਰ ਫਸਾਇਆ ਨਿਕਲਿਆ ਤੇ ਹੁਣ ਫਿਰ ਮਿੱਠੇ ਹੋ ਜਾਓ ਜੀ, ਨਿਮਰਤਾ ਚ ਆ ਜਾਓ, ਫਿਰ ਹੋਰ ਕੀ ਆ। ਕਹਿੰਦਾ ਮੈਂ ਮੂਰਖ। ਉਹ ਕਹਿੰਦੀ ਦੇਖ ਤੂੰ ਫੇਰ ਝੂਠ ਬੋਲਦਾ, ਸੋਚ ਲਾ। ਨਹੀਂ ਕਹਿੰਦਾ ਮੇਰੀ ਮਾਂ ਪਾਣੀ ਪਿਆ ਦੇ, ਮੇਰਾ ਲਹੂ ਨਾ ਪੀ, ਮੈਂ ਮੂਰਖ, ਮੈਂ ਮਰ ਚੱਲਿਆ ਹੀ। ਉਹ ਕਹਿੰਦੀ ਨਹੀਂ ਕਾਲੀਦਾਸ ਤੂੰ ਮੂਰਖ ਵੀ ਨਹੀਂ ਹੈਗਾ। ਮੂਰਖ 2 ਹੀ ਨੇ ਦੁਨੀਆ 'ਚ। ਦੇਖੋ ਮੈਂ ਕਿਸੇ ਪਾਰਟੀ ਤੇ ਗੱਲ ਨਹੀਂ ਲਾਉਣੀ, ਜੇ ਧੱਕੇ ਨਾਲ ਲੱਗੀ ਤੇ ਤੁਸੀਂ ਮੇਰੇ ਤੇ ਗੁੱਸਾ ਨਹੀਂ ਕਰਨਾ। ਮੂਰਖ 2 ਹੀ ਨੇ ਦੁਨੀਆ 'ਚ, ਇੱਕ ਉਹ ਰਾਜਾ ਜਿਹਨੂੰ ਅਕਲ ਨਹੀਂ ਆ ਰਾਜ ਚਲਾਉਣ ਦੀ, ਪਰ ਉਹ ਬਾਦਸ਼ਾਹ ਬਣ ਗਿਆ। ਠੀਕ ਆ ਜੀ, ਪਹਿਲਾ ਮੂਰਖ। ਤੇ ਦੂਜਾ ਮੂਰਖ ਉਹ ਮੰਤਰੀ ਜਿਹੜੇ ਆਪਣੇ ਰਾਜੇ ਦੇ ਗਲਤ ਕੰਮਾਂ ਨੂੰ ਵੀ ਸਹੀ ਠਹਿਰਾਉਣ, ਵੀ ਇਹ ਤੇ ਬਹੁਤ ਸਹੀ ਕੰਮ ਕੀਤਾ ਇਹਨੇ। ਇਹ 2 ਜਾਣੇ ਮੂਰਖ ਨੇ, ਤੂੰ ਕੌਣ ਆ ਦੱਸ। ਕਾਲੀਦਾਸ ਨੇ ਵੇਖ ਲਿਆ ਵੀ ਮੇਰੇ ਵੱਸ ਦੀ ਗੱਲ ਨਹੀਂ, ਇਹ ਕੋਈ ਵੱਡੀ ਹਸਤੀ ਆ, ਔਰਤ ਦੇ ਰੂਪ ਦੇ ਵਿੱਚ ਖਲੋਤੀ ਹੈ। ਕਾਲੀਦਾਸ ਕਹਿੰਦਾ ਮੇਰੀ ਮਾਂ ਮੈਂ ਕੁਝ ਵੀ ਨਹੀਂ। ਕਹਿੰਦੀ ਆ ਗਿਆ ਟਿਕਾਣੇ। ਫਿਰ ਵਿਦਿਆ ਕਰਕੇ ਤੈਨੂੰ ਮਾਣ ਮਿਲਿਆ, ਠੀਕ ਹੈ ਨਾ ਜੀ। ਜਿੰਨੇ ਕਥਾਵਾਚਕ ਪ੍ਰਚਾਰਕ ਹੈ, ਕਾਹਦਾ ਮਾਣ, ਗੁਰਬਾਣੀ ਕਰਕੇ ਹੀ ਸਤਿਕਾਰ ਆ ਨਾ ਜੀ। ਤੇ ਭੁਲੇਖਾ ਕੀ ਵੀ ਮੇਰਾ ਮਾਣ, ਮੈਨੂੰ ਮੰਨਦੇ ਲੋਕ, ਮੈਨੂੰ ਸੁਣਦੇ। ਕਾਲੀਦਾਸ ਨੂੰ ਮਾਤਾ ਕਹਿਣ ਲੱਗੀ ਵਿਦਿਆ ਕਰਕੇ ਤੇਰਾ ਮਾਣ ਤੇ ਤੂੰ ਆਪਦਾ ਸਮਝੀ ਜਾਂਦਾ ਵਾ, ਇਹ ਤੇਰਾ ਮਾਣ ਨਹੀਂ ਹੈ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੇਰੀ ਸੋਭਾ ਨਹੀਂ ਆ, ਐਵੇਂ ਭੁਲੇਖਾ ਨਾ ਰੱਖੀ। ਇਹ ਸੋਭਾ ਕਿਹਦੀ ਹੈ? ਮਹਾਰਾਜ ਕਹਿੰਦੇ ਮੇਰੇ ਲਾਲਨ ਕੀ ਸੋਭਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ। ਇਹ ਜਿੰਨੀ ਸੋਭਾ ਇਹ ਬਾਣੀ ਦੀ ਹੈ, ਬਾਣੇ ਦੀ ਹੈ। ਐਵੇਂ ਕੋਈ ਭੁਲੇਖਾ ਨਾ ਰੱਖਿਓ। ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਐਵੇਂ ਫੋਟੋਆਂ ਜੀਆਂ ਬਣ ਕੇ ਰਹਿ ਜਾਂਦੇ, ਤੇ ਉਹ ਫੋਟੋਆਂ ਵੀ ਬਾਅਦ ਚ ਗਲ ਜਾਂਦੀਆਂ, ਸੜ ਜਾਂਦੀਆਂ। ਤਾਂ ਜਿਨ੍ਹਾਂ ਵਾਹਿਗੁਰੂ ਜੀ ਨਾਲ ਪ੍ਰੇਮ ਕੀਤਾ ਉਹ ਫਿਰ ਸੋਭਾ ਵਾਲਾ ਹੋ ਗਿਆ। ਤੇ ਸੋਭਾ ਵੀ ਇਦਾਂ ਦੀ ਮਹਾਰਾਜ ਕਹਿੰਦੇ ਜਿਹੜੀ ਇੱਥੇ ਵੀ ਚੱਲੂਗੀ
ਤੇ ਪਰਲੋਕ ਦੇ ਵਿੱਚ ਵੀ ਚੱਲਦੀ ਹੈ। ਮਨ ਮੁਖ ਭੂਖੇ ਦਹਿ ਦਿਸ ਡੋਲੈ, ਬਿਨ ਨਾਮੈ ਦੁਖ ਪਾਈ। ਮਨਮੁਖ ਬੰਦਾ ਤ੍ਰਿਸ਼ਨਾ ਵਿੱਚ, ਮਾਇਆ ਦੇ ਲਾਲਚ ਵਿੱਚ ਦਸਾਂ ਦਿਸ਼ਾਂ 'ਚ ਡੋਲਦਾ ਹੈ, ਤੇ ਮਨਮੁਖ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਸਜ਼ਾ ਦਿੱਤੀ ਜਾਂਦੀ ਹੈ। ਜਨਮ ਮਰੈ ਫਿਰ ਜੋਨੀ ਆਵੈ, ਦਰਗਹ ਮਿਲੈ ਸਜਾਈ। ਮਨਮੁਖ ਬੰਦਾ ਜੰਮਦਾ ਹੈ, ਫਿਰ ਮਰਦਾ ਹੈ। ਇਹ ਖੇਡ ਖਤਮ ਨਹੀਂ ਹੁੰਦੀ, ਫਿਰ ਜੋਨੀਆਂ 'ਚ ਪੈਂਦਾ ਹੈ। ਤੇ ਮਨਮੁਖ ਜਿਹੜਾ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਵੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਤੇ ਨਾਮ ਤੋਂ ਬਿਨਾ ਉਹ ਦੁੱਖ ਪਾਉਂਦਾ ਹੈ। ਕਿਰਪਾ ਕਰਹਿ ਤਾ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਪਰ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਅਸੀਂ ਹਰੀ ਦੇ ਗੁਣ ਗਾ ਸਕਦੇ ਹਾਂ, ਤੇ ਫੇਰ ਹੀ ਸਾਨੂੰ ਹਰੀ ਦਾ ਨਾਮ ਰਸ ਅੰਦਰ ਪਾਈ ਪ੍ਰਾਪਤ ਹੁੰਦਾ ਹੈ। ਨਾਨਕ ਦੀਨ ਦਿਆਲ ਭਏ ਹੈ, ਤ੍ਰਿਸ਼ਨਾ ਸ਼ਬਦ 부ਝਾਈ। ਜਦੋਂ ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਦੀਨਾਂ ਉੱਤੇ ਇੱਛਾ ਤੇ ਭੈ ਦੇ ਸੰਯੁਕਤ ਜਿਹੜੇ ਗੁਰੂ ਕੇ ਸਿੱਖ ਨੇ, ਇਹਨਾਂ ਉੱਤੇ ਦਿਆਲੂ ਹੁੰਦਾ ਹੈ, ਤਾਂ ਫਿਰ ਆਪਣੇ ਸ਼ਬਦ ਕਰਕੇ, ਨਾਮ ਕਰਕੇ ਗੁਰੂ ਕੇ ਸਿੱਖਾਂ ਦੀ ਤ੍ਰਿਸ਼ਨਾ, ਲੋਭ ਲਾਲਚ ਜਿਹੜਾ ਹੈ ਉਹ ਮਿਟਾ ਦਿੰਦਾ ਹੈ, ਤੇ ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਲੈਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਕਿਰਪਾ ਕਰਨੀ, ਸੁਮਤ ਬਖਸ਼ਿਸ਼ ਕਰਨੀ। ਸਿੰਘ ਸਾਹਿਬ ਹੈਡ ਗ੍ਰੰਥੀ ਸ਼੍ਰੀਮਾਨ ਗਿਆਨੀ ਜਗਤਾਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਧੰਨਵਾਦ। ਸਮੁੱਚੇ ਸੇਵਾਦਾਰਾਂ ਦਾ ਧੰਨਵਾਦ। ਇੱਕ ਬੇਨਤੀ ਹੈ ਕਿ ਅੱਜ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਦਾ ਜਨਮ ਦਿਹਾੜਾ ਹੈ। ਇੱਥੇ ਉਹਨਾਂ ਦੇ ਲਾਗੇ ਹੀ ਅੰਗੀਠਾ ਸਾਹਿਬ, ਧੰਨ ਬਾਬਾ ਅਟਲ ਸਾਹਿਬ ਜੀ ਦੇ ਲਾਗੇ, ਜਿੱਥੇ ਸ਼ਾਮ ਨੂੰ 5 ਵਜੇ ਸਮਾਗਮ ਸ਼ੁਰੂ ਹੋਣੇ ਨੇ, ਇਹ ਮੈਨੇਜਰ ਸਾਹਿਬ ਵੱਲੋਂ ਬੇਨਤੀ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸਮਤ ਬਖਸ਼ਿਓ। ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਜਥਾ ਭਿੰਡਰਾ ਮਹਿਤਾ, ਉਹਨਾਂ ਵੱਲੋਂ ਦਾਸ ਹਾਜ਼ਰੀ ਭਰਨ ਵਾਸਤੇ ਪਹੁੰਚਿਆ ਸੀ। ਆਪ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ। ਕਿਰਪਾ ਕਰਹਿ ਤਾ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਿਆਲ ਭਏ ਹੈ, ਤ੍ਰਿਸ਼ਨਾ ਸ਼ਬਦ 부ਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।